ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੁਨੀਆ ਦਾ ਸਭ ਤੋਂ ਨਵੀਨਤਮ ਧਰਮ ਹੈ। ਦੁਨੀਆ ਵਿੱਚ ਸਿੱਖਾਂ ਦੀ ਗਿਣਤੀ ਬੇਸ਼ੱਕ ਘੱਟ ਹੀ ਸਹੀ, ਪਰ ਇਹਨਾਂ ਵੱਲੋਂ ਕੀਤੀਆਂ ਗਈਆਂ ਸੇਵਾਵਾਂ ਦਾ ਨਾ ਕੋਈ ਸਾਨੀ ਹੈ ਅਤੇ ਨਾ ਹੀ ਕਦੇ ਕੋਈ ਹੋ ਸਕਦਾ ਹੈ। ਸਿੱਖ ਧਰਮ ਦੇ ਦੋ ਪ੍ਰਮੁੱਖ ਸਿਧਾਂਤ ਹਨ, ਸੇਵਾ ਅਤੇ ਸਿਮਰਨ। ਜਿੱਥੇ ਸਿਮਰਨ ਇਨਸਾਨ ਨੂੰ ਰੱਬ ਨਾਲ ਜੋੜਦਾ ਹੈ, ਉੱਥੇ ਇਨਸਾਨ ਦੀ ਸਾਂਝ ਇਨਸਾਨ ਨਾਲ ਸੇਵਾ ਦੁਆਰਾ ਪੈਂਦੀ ਹੈ। ਜੇ ਵੇਖਿਆ ਜਾਵੇ ਤਾਂ ਇਨਸਾਨੀਅਤ ਦਾ ਸਭ ਤੋਂ ਉੱਤਮ ਆਦਰਸ਼ ਹੀ ਸੇਵਾ ਹੈ। ਸੇਵਾ ਦੁਆਰਾ ਹੀ ਇਨਸਾਨ ਇਸ ਦਿਸਦੇ ਅਤੇ ਅਣਦਿਸਦੇ ਜਗਤ ਵਿੱਚ ਮਾਣ ਅਤੇ ਵਡਿਆਈ ਹਾਸਿਲ ਕਰ ਸਕਦਾ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਸੇਵਾ ਤਾਂ ਹੀ ਹੋ ਸਕਦੀ ਹੈ ਜੇ ਮਨ ਨੀਵਾਂ ਹੋਵੇ। ਹੰਕਾਰ ਅਥਵਾ ਸਵਾਰਥਵਸ ਹੋ ਕੇ ਕੀਤੀ ਗਈ ਸੇਵਾ ਨਹੀਂ ਰਹਿੰਦੀ, ਸਗੋਂ ਲੋਕ ਵਿਖਾਵਾ ਬਣ ਕੇ ਰਹਿ ਜਾਂਦੀ ਹੈ। ਜਿਹੜੇ ਇਨਸਾਨ ਨਿਸ਼ਕਾਮ ਹੋ ਕੇ ਸੇਵਾ ਕਰਦੇ ਹਨ, ਅਸਲ ਵਿੱਚ ਦੈਵੀ ਖੁਸ਼ੀ ਅਤੇ ਬਰਕਤਾਂ ਦੇ ਪਾਤਰ ਵੀ ਉਹੀ ਬਣਦੇ ਹਨ। ਸੇਵਾ ਕਰਤ ਹੋਏ ਨਿਹਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਸੇਵਾ ਕਈ ਤਰ੍ਹਾਂ ਦੀ ਹੋ ਸਕਦੀ ਹੈ, ਪਰ ਸਭ ਤੋਂ ਉੱਤਮ ਸੇਵਾ ਉਹ ਹੈ ਜੋ ਇਨਸਾਨ ਆਪਣੇ ਹੱਥਾਂ, ਪੈਰਾਂ ਤੇ ਮਨ ਨਾਲ ਕਰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਰਾਗ ਆਸਾ ਵਿੱਚ ਫਰਮਾਉਂਦੇ ਹਨ, ਅਨਿਕ ਪਾਂਤ ਕਰ ਸੇਵਾ ਕਰੀਐ, ਜਿਉ ਪ੍ਰਾਨ ਤਨ ਆਗੇ ਤਰੀਐ। ਪਾਣੀ ਪੱਖਾ ਕਰੋ ਤਜ ਅਭਿਮਾਨ, ਅਨਿਕ ਬਾਰ ਜਾਈਐ ਕੁਰਬਾਨ। ਭਾਈ ਗੁਰਦਾਸ ਜੀ 6ਵੀਂ ਵਾਰ ਦੀ 12ਵੀਂ ਪੌੜੀ ਵਿੱਚ ਲਿਖਦੇ ਹਨ ਕਿ ਉਹ ਹੱਥ, ਪੈਰ ਅਤੇ ਯਤਨ ਸੁਫਲਾ ਹਨ ਜੋ ਸਾਧਾਂ, ਸੰਤਾਂ ਤੇ ਲੋਕ ਭਲਾਈ ਦੇ ਕੰਮਾਂ ਵਿੱਚ ਲੱਗੇ ਹੋਏ ਹਨ। ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੇ। ਸੱਚੀ, ਸੁੱਚੀ ਅਤੇ ਨਿਸ਼ਕਾਮ ਸੇਵਾ ਕਰਨ ਵਾਲਾ ਵਿਅਕਤੀ ਕਦੇ ਇਹ ਨਹੀਂ ਕਿਹਾ ਕਰਦਾ ਕਿ ਇਹ ਸੇਵਾ ਮੈਂ ਕੀਤੀ ਹੈ। ਸੇਵਾ ਕਿਸੇ ਬਿਮਾਰ ਦੀ ਵੀ ਹੋ ਸਕਦੀ ਹੈ, ਕਿਸੇ ਗਰੀਬ ਲੋੜਵੰਦ ਦੀਆਂ ਲੋੜਾਂ ਪੂਰੀਆਂ ਕਰਕੇ ਵੀ। ਰਾਹ ਚਲਦੇ ਕਿਸੇ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਵੇਖ ਕੇ ਹਸਪਤਾਲ ਪਹੁੰਚਾਉਣ ਦੀ ਵੀ ਸੇਵਾ ਹੋ ਸਕਦੀ ਹੈ, ਅਤੇ ਗੁਰੂ ਕੇ ਲੰਗਰ ਵਿੱਚ ਜਾ ਕੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਵੀ। ਕਿਸੇ ਗਰੀਬ ਬੱਚੇ ਲਈ ਵਕਤ ਕੱਢ ਕੇ ਬਿਨਾਂ ਮੁਆਵਜ਼ਾ ਲਏ ਉਸ ਨੂੰ ਪੜ੍ਹਾਉਣਾ ਵੀ ਇੱਕ ਤਰ੍ਹਾਂ ਦੀ ਸੇਵਾ ਹੈ, ਅਤੇ ਕਿਸੇ ਅਬਲਾ ਨੂੰ ਦਾਜ ਦੀ ਵੇਦੀ ਤੇ ਸੜਨ ਤੋਂ ਬਚਾ ਲੈਣਾ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਲੜਨਾ ਅਤੇ ਆਵਾਜ਼ ਉਠਾਉਣਾ ਵੀ ਸੇਵਾ ਹੈ। ਗੁਰੂ ਘਰ ਵਿੱਚ ਸੇਵਾ ਦੀਆਂ ਅਨੇਕ ਉੱਤਮ ਮਿਸਾਲਾਂ ਉਪਲਬਧ ਹਨ, ਜਿਹੜੀਆਂ ਕਿਸੇ ਇੱਕ ਧਰਮ ਅਥਵਾ ਵਿਅਕਤੀ ਦਾ ਨਹੀਂ, ਸਗੋਂ ਸਮੁੱਚੀ ਮਾਨਵਤਾ ਦਾ ਮਾਰਗਦਰਸ਼ਨ ਕਰਨ ਦੇ ਯੋਗ ਹਨ। ਸੇਵਾ ਕਰਨ ਵਾਲਾ ਵਿਅਕਤੀ ਕਦੇ ਇਹੋ ਜਿਹੇ ਹਿਸਾਬ ਜਾਂ ਲੇਖੇ ਜੋਖੇ ਵਿੱਚ ਨਹੀਂ ਪੈਂਦਾ ਕਿ ਜਿਸ ਦੀ ਉਹ ਸੇਵਾ ਕਰ ਰਿਹਾ ਹੈ ਉਹ ਵਿਅਕਤੀ ਉਸਦੇ ਆਪਣੇ ਧਰਮ ਦਾ ਹੈ ਜਾਂ ਕਿਸੇ ਹੋਰ ਧਰਮ ਦਾ। ਉਸ ਵਾਸਤੇ ਸੰਸਾਰ ਦੇ ਸਾਰੇ ਮਨੁੱਖ ਬਰਾਬਰ ਹਨ। ਉਹ ਖਾਲਕ ਦੀ ਪੈਦਾ ਕੀਤੀ ਹੋਈ ਸਮੁੱਚੀ ਕਾਇਨਾਤ ਵਿੱਚ ਉਸ ਰੱਬ ਦਾ ਹੀ ਨੂਰ ਝਲਕਦਾ ਵੇਖਦਾ ਹੈ। ਭਾਈ ਕਨ੍ਹਈਆ ਜੀ ਦੀ ਮਿਸਾਲ ਸਾਡੇ ਸਾਹਮਣੇ ਹੈ। ਅਨੰਦਪੁਰ ਵਿਖੇ ਚੱਲ ਰਹੀ ਲੜਾਈ ਵਿੱਚ ਜਿੱਥੇ ਉਹ ਸਿੱਖ ਸੈਨਿਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ, ਉੱਥੇ ਉਹ ਜ਼ਖਮੀ ਹੋਏ ਵੈਰੀ ਸੈਨਿਕਾਂ ਨੂੰ ਵੀ ਉਸੇ ਲਗਨ ਅਤੇ ਉਤਸ਼ਾਹ ਨਾਲ ਜਲ ਛਕਾਈ ਜਾ ਰਹੇ ਸਨ ਜਿਵੇਂ ਉਹ ਆਪਣਿਆਂ ਲਈ ਕਰ ਰਹੇ ਸਨ। ਜਦੋਂ ਕੁਝ ਸਿੱਖਾਂ ਨੇ ਇਸ ਗੱਲ ਦੀ ਸ਼ਿਕਾਇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੀਤੀ, ਤਾਂ ਗੁਰੂ ਸਾਹਿਬ ਦੇ ਪੁੱਛਣ ਤੇ ਭਾਈ ਕਨ੍ਹਈਆ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਅਤੇ ਕਿਹਾ, ਮਹਾਰਾਜ, ਮੈਨੂੰ ਤਾਂ ਸਿੱਖਾਂ ਤੇ ਗੈਰ ਸਿੱਖਾਂ ਵਿੱਚ ਕੋਈ ਫਰਕ ਹੀ ਦਿਖਾਈ ਨਹੀਂ ਦਿੰਦਾ। ਮੈਨੂੰ ਤਾਂ ਸਭ ਵਿੱਚ ਤੁਹਾਡਾ ਹੀ ਨੂਰ ਝਲਕਦਾ ਦਿਖਾਈ ਦਿੰਦਾ ਹੈ। ਅਜੋਕੇ ਯੁੱਗ ਵਿੱਚ ਭਗਤ ਪੂਰਨ ਸਿੰਘ ਜੀ ਨੇ ਸਿੱਖ ਧਰਮ ਵਿੱਚ ਦਰਸਾਏ ਸੇਵਾ ਦੇ ਸਿਧਾਂਤ ਅਤੇ ਮਾਰਗ ਨੂੰ ਮੁੱਖ ਰੱਖ ਕੇ ਆਪਣਾ ਸਾਰਾ ਜੀਵਨ ਪਿੰਗਲੇ, ਬੇਸਹਾਰਾ ਅਤੇ ਹੋਰ ਰੋਗਾਂ ਨਾਲ ਪੀੜਿਤ ਲੋਕਾਂ ਦੀ ਭਲਾਈ ਲਈ ਅਰਪਿਤ ਕਰ ਦਿੱਤਾ ਹੈ। ਸਿੱਖ ਧਰਮ ਵਿੱਚ ਸੇਵਾ ਦੀ ਪਰੰਪਰਾ ਉਤਨੀ ਹੀ ਪੁਰਾਣੀ ਹੈ ਜਿਤਨੀ ਕਿ ਸਿੱਖ ਧਰਮ ਦੀ ਉਮਰ ਹੈ। ਇਸ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਪਿਤਾ ਵੱਲੋਂ ਵਪਾਰ ਕਰਨ ਲਈ ਮਿਲੇ ਪੈਸਿਆਂ ਨਾਲ ਹੁੰਦੀ ਹੈ, ਜਦੋਂ ਉਹਨਾਂ ਨੇ ਇਸ ਪੈਸੇ ਨਾਲ ਅੰਨ ਅਤੇ ਬਸਤਰ ਖਰੀਦ ਕੇ ਭੁੱਖੇ ਸਾਧਾਂ ਅਤੇ ਫਕੀਰਾਂ ਵਿੱਚ ਵੰਡ ਦਿੱਤੇ ਸਨ। ਆਪਣੀਆਂ ਉਦਾਸੀਆਂ ਸਮੇਂ ਕੋੜ੍ਹ ਦੀ ਬਿਮਾਰੀ ਨਾਲ ਪੀੜਿਤ ਰੋਗੀ ਦੀ ਕਈ ਦਿਨ ਤੱਕ ਸੇਵਾ ਅਤੇ ਦੇਖਭਾਲ ਕਰਕੇ ਮਾਨਵਤਾ ਪ੍ਰਤੀ ਆਪਣਾ ਪਿਆਰ ਅਤੇ ਵੇਦਨਾ ਪ੍ਰਗਟ ਕੀਤੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਅਧਿਆਤਮਕ ਸਿੱਖਿਆ ਦੇ ਨਾਲ-ਨਾਲ ਪਿੰਡ ਦੇ ਅਨਪੜ੍ਹ ਅਤੇ ਗਰੀਬ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀ ਸੇਵਾ ਕਰਿਆ ਕਰਦੇ ਸਨ, ਅਤੇ ਮਾਤਾ ਖੀਵੀ ਜੀ ਖਡੂਰ ਸਾਹਿਬ ਵਿਖੇ ਆਉਂਦੀਆਂ ਸੰਗਤਾਂ ਦੀ ਲੰਗਰ ਅਤੇ ਉਹਨਾਂ ਦੇ ਸੁੱਖ ਆਰਾਮ ਦੀ ਵਿਵਸਥਾ ਕਰਕੇ ਸਿੱਖ ਜਗਤ ਵਿੱਚ ਸੇਵਾ ਦੇ ਨਵੇਂ ਪੂਰਨੇ ਉਲੀਕ ਰਹੇ ਸਨ। ਆਪ ਇਤਨੇ ਨਿੱਘੇ ਅਤੇ ਮਿੱਠੇ ਸੁਭਾਅ ਵਾਲੇ ਸਨ ਕਿ ਸੱਤਾ ਬਲਵੰਡ ਨੇ ਰਾਮਕਲੀ ਦੀ ਵਾਰ ਵਿੱਚ ਉਹਨਾਂ ਦੀ ਤੁਲਨਾ ਇੱਕ ਸੰਘਣੇ ਪੱਤਰਾਂ ਵਾਲੇ ਰੁੱਖ ਨਾਲ ਕੀਤੀ ਹੈ, ਜਿਸ ਦੀ ਠੰਡੀ ਛਾਂ ਥੱਲੇ ਬੈਠ ਕੇ ਹਰ ਕਿਸੇ ਨੂੰ ਸੁੱਖ ਅਤੇ ਆਰਾਮ ਮਿਲਦਾ ਹੈ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਓ ਪਤਰਾਲੀ, ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਕਿਆਲੀ। ਸ੍ਰੀ ਗੁਰੂ ਅਮਰਦਾਸ ਜੀ ਨੇ ਤਕਰੀਬਨ 12 ਸਾਲ ਤੱਕ ਗੁਰੂ ਘਰ ਦੀ ਅਤੇ ਸੰਗਤਾਂ ਦੀ ਸੇਵਾ ਕੀਤੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਹਰ ਰੋਜ਼ ਬਿਆਸਾ ਨਦੀ ਤੋਂ ਠੰਡੇ ਅਤੇ ਨਿਰਮਲ ਜਲ ਦੀ ਗਾਗਰ ਭਰ ਕੇ ਲਿਆਉਣੀ, ਗੁਰੂ ਜੀ ਦੇ ਚਰਨ ਦਬਾਉਣੇ, ਗੁਰੂ ਦੀਆਂ ਸੰਗਤਾਂ ਦੀ ਪੱਖੇ ਅਤੇ ਜਲ ਨਾਲ ਸੇਵਾ ਕਰਨੀ ਅਤੇ ਲੰਗਰ ਦੇ ਜੂਠੇ ਭਾਂਡੇ ਮਾਂਜਣੇ ਉਹਨਾਂ ਦੀ ਸੇਵਾ ਦੇ ਸੁਨਹਿਰੇ ਪੱਖ ਹਨ। ਆਪ ਜੀ ਨੇ ਸੇਵਾ ਦਾ ਉਹੀ ਰਸਤਾ ਅਖਤਿਆਰ ਕੀਤਾ ਸੀ ਜਿਸ ਦੇ ਪੂਰਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੇ ਪਾਏ ਸਨ। ਸੋ ਟਿਕਾ ਸੋ ਬਹਿਣਾ ਸੋਈ ਦਿਬਾਣ, ਪਿਉ ਦਾਦੇ ਜੇ ਵਿਆਹ ਪੋਤਾ ਪਰਵਾਣ।
ਜਦੋਂ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਹੋ ਰਿਹਾ ਸੀ ਤਾਂ ਭਾਈ ਜੇਠਾ ਜੀ ਅਰਥਾਤ ਗੁਰੂ ਰਾਮਦਾਸ ਜੀ ਆਪਣੇ ਸਿਰ ਤੇ ਮਿੱਟੀ ਅਤੇ ਗਾਰੇ ਦੀ ਟੋਕਰੀ ਚੁੱਕ ਕੇ ਸੇਵਾ ਕਰਿਆ ਕਰਦੇ ਸਨ। ਬੀਬੀ ਭਾਨੀ ਨੇ ਗੁਰੂ ਪਿਤਾ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ ਅਨੇਕ ਬਰਕਤਾਂ ਅਤੇ ਵਡਿਆਈ ਪ੍ਰਾਪਤ ਕੀਤੀ ਸੀ। ਇਹ ਘਟਨਾਵਾਂ ਸਾਡੇ ਇਤਿਹਾਸਕ ਵਿਰਸੇ ਦਾ ਖੂਬਸੂਰਤ ਅੰਗ ਹਨ। ਗੁਰੂ ਘਰ ਵਿੱਚ ਆਈ ਚੜ੍ਹਤ ਨੂੰ ਸਦਾ ਹੀ ਲੋਕ ਭਲਾਈ ਅਤੇ ਲੋਕ ਹਿੱਤ ਦੇ ਕੰਮਾਂ ਲਈ ਵਰਤਿਆ ਜਾਂਦਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਾਣੀ ਦੀ ਥੁੜ ਨੂੰ ਦੂਰ ਕਰਨ ਲਈ ਲਾਹੌਰ ਵਿਖੇ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ ਸੀ। ਆਪ ਜੀ ਨੇ ਕੋੜੀਆਂ ਦੀ ਦੇਖਭਾਲ ਲਈ ਤਰਨਤਾਰਨ ਸਾਹਿਬ ਵਿਖੇ ਇੱਕ ਹਸਪਤਾਲ ਸਥਾਪਿਤ ਕੀਤਾ, ਜਿੱਥੇ ਉਹ ਆਪ ਆਪਣੀ ਹੱਥੀਂ ਰੋਗੀਆਂ ਦੀ ਸੇਵਾ ਕਰਿਆ ਕਰਦੇ ਸਨ। ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਆਏ ਤਾਂ ਉਦੋਂ ਸਾਰੇ ਨਗਰ ਵਿੱਚ ਹੈਜ਼ੇ ਅਤੇ ਚੇਚਕ ਦੀ ਬਿਮਾਰੀ ਦਾ ਪ੍ਰਕੋਪ ਪੂਰੇ ਜ਼ੋਰਾਂ 'ਤੇ ਸੀ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਆਪ ਉਹਨਾਂ ਬਸਤੀਆਂ ਤੇ ਗਲੀ ਕੂਚਿਆਂ ਵਿੱਚ ਜਾਂਦੇ ਰਹੇ ਜਿੱਥੇ ਲੋਕ ਇਹਨਾਂ ਬਿਮਾਰੀਆਂ ਨਾਲ ਪੀੜਿਤ ਸਨ। ਆਪ ਬੰਗਲਾ ਸਾਹਿਬ ਵਾਲੇ ਸਥਾਨ 'ਤੇ ਠਹਿਰੇ ਹੋਏ ਸਨ, ਜਿਸ ਦੇ ਚੁਬੱਚੇ ਵਿੱਚੋਂ ਜਲ ਲੈ ਕੇ ਅੱਜ ਵੀ ਅਨੇਕਾਂ ਲੋਕ ਅਰੋਗ ਹੋ ਕੇ ਗੁਰੂ ਘਰ ਦਾ ਧੰਨਵਾਦ ਕਰਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣ ਕੇ ਮਨੁੱਖ ਮਾਤਰ ਲਈ ਧਾਰਮਿਕ ਸੁਤੰਤਰਤਾ ਦੀ ਜੋਤ ਜਗਾਈ ਰੱਖਣ ਲਈ ਸ਼ਹਾਦਤ ਦਾ ਜਾਮ ਪੀ ਜਾਣਾ ਸੇਵਾ ਦੀ ਸਰਵੋਤਮ ਮਿਸਾਲ ਕਹੀ ਜਾ ਸਕਦੀ ਹੈ। ਬਚਿੱਤਰ ਨਾਟਕ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕੁਰਬਾਨੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਆਪਣੇ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਅੱਜ ਵੀ ਸੇਵਾ ਵਰਗਾ ਹੀਰਾ ਸਿੱਖੀ ਦੇ ਤਾਜ ਦੀ ਸ਼ੋਭਾ ਵਧਾ ਰਿਹਾ ਹੈ। ਅੱਜ ਵੀ ਪੂਰੇ ਸੰਸਾਰ ਵਿੱਚ ਕਿਤੇ ਵੀ ਕੋਈ ਵੀ ਪ੍ਰਾਕ੍ਰਿਤਿਕ ਆਪਦਾ ਹੋ ਜਾਵੇ ਜਾਂ ਕੋਈ ਵੀ ਦੁੱਖ ਤਕਲੀਫ ਵਿੱਚ ਹੋਵੇ, ਸਿੱਖ ਕੌਮ ਤਨ ਮਨ ਧਨ ਨਾਲ ਸਭ ਤੋਂ ਅੱਗੇ ਦਿਖਾਈ ਦਿੰਦੀ ਹੈ। ਕਰੋਨਾ ਵੀ ਸਿੱਖਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਘਰ ਘਰ ਜਾ ਕੇ ਜੋ ਸੇਵਾਵਾਂ ਦਿੱਤੀਆਂ, ਲੰਗਰ, ਆਕਸੀਜਨ ਸਿਲੰਡਰ, ਦਵਾਈਆਂ, ਇੱਥੋਂ ਤੱਕ ਕਿ ਆਪਣੇ ਰਿਸ਼ਤੇਦਾਰਾਂ ਤੇ ਸਾਕ ਸੰਬੰਧੀਆਂ ਦਾ ਸਾਥ ਨਾ ਨਿਭਾਉਣ ਤੇ ਮ੍ਰਿਤ ਲੋਕਾਂ ਦੇ ਸੰਸਕਾਰ ਕਰਨ ਦੀ ਸੇਵਾ ਇਹੀ ਕੌਮ ਕਰ ਸਕਦੀ ਹੈ। ਇਸ ਕੌਮ ਨੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਸੇਵਾ ਦੀ ਵਿਰਾਸਤ ਨੂੰ ਚਾਰ ਚੰਨ ਲਾਏ ਹੋਏ ਹਨ। ਕੇਵਲ ਸਿੱਖਾਂ ਨੂੰ ਹੀ ਨਹੀਂ ਬਲਕਿ ਹਰ ਜਾਤ, ਹਰ ਧਰਮ ਦੇ ਮਨੁੱਖਾਂ ਨੂੰ ਸੇਵਾ ਦੇ ਸਹੀ ਅਰਥਾਂ ਨੂੰ ਸਮਝਣ ਦੀ ਲੋੜ ਹੈ। ਆਪਣੇ ਆਪ ਨੂੰ ਸਮਾਜ ਅਤੇ ਲੋਕਾਂ ਪ੍ਰਤੀ ਸਮਰਪਿਤ ਕਰਨ ਦੀ ਲੋੜ ਹੈ। ਕੇਵਲ ਮਨੁੱਖ ਮਾਤਰ ਲਈ ਕੀਤੀ ਸੇਵਾ ਦੁਆਰਾ ਹੀ ਜਾਤਾਂ, ਧਰਮਾਂ ਅਤੇ ਬੋਲੀਆਂ ਦੇ ਬੰਧਨ ਤੋਂ ਮੁਕਤ ਹੋ ਕੇ ਇੱਕ ਚੰਗਾ ਅਤੇ ਨਰੋਆ ਸਮਾਜ ਸਿਰਜਿਆ ਜਾ ਸਕਦਾ ਹੈ। ਸਾਰੰਗ ਦੀ ਵਾਰ ਵਿੱਚ ਗੁਰੂ ਅਮਰਦਾਸ ਜੀ ਦਾ ਇਹ ਸਲੋਕ ਚੇਤੇ ਰੱਖਣ ਦੀ ਲੋੜ ਹੈ। ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ, ਸਬਦੈ ਸਾਧ ਨ ਆਵਈ, ਨਾਮ ਨਾ ਲੱਗੈ ਪਿਆਰ। ਸੇਵਾ ਥਾਏ ਨਾ ਪਵਈ ਤਿਸਕੀ, ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਉਤਾਰ। ਸਤਿਗੁਰ ਕਾ ਪਾਣਾ ਮੰਨ ਲਏ, ਸਬਦ ਰੱਖੈ ਉਰਤਾਰ। ਆਪਣੇ ਵਿਚਾਰ ਪ੍ਰਗਟ ਕਰਨ ਲੱਗਿਆਂ ਜੇ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਮੈਂ ਮਾफ़ੀ ਚਾਹੁੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।